को होत निहाल। एक ओंकारा सतगुरु तेह प्रसाद सच होए। वाहिगुरु जी की फतेह है, बिघन बिनासन सोए। वाहिगुरु जी की फतेह है, बिघन बिनासन सोए। सतनाम श्री वाहिगुरु साहिब जीओ। सतनाम श्री वाहिगुरु साहिब जीओ। माज महला तीजा। निर्गुण सरगुण आपे सोई, तत पछाणै सो पंडित होई। निर्गुण सरगुण आपे सोई, तत पछाणै सो पंडित होई। आप तरੈ सगले कुल तारे, हरि नाम मन वसावनिया। हौ वारी जीओ वारी, हर रस चाखु साध पावनिया। हर रस चाखै से जन निर्मल, निर्मल नाम ਧਿਆਵਣਿਆ। हर रस चाखै से जन निर्मल, निर्मल नाम ਧਿਆਵਣਿਆ। ਰਹਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 128 ਉੱਪਰ ਸੁਭਾਏਮਾਨ ਹਨ। ਆਪ ਜੀ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਕੁਝ ਪੰਡਿਤ ਵਿਦਵਾਨਾਂ ਦੇ ਨਾਲ ਵਿਚਾਰ ਵਟਾਂਦਰੇ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਔਰ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ, ਜੀਵਾਂ ਨੂੰ ਤਾਰਨ ਲੱਗੇ। ਅਤੇ ਫਿਰ ਉਸ ਤੋਂ ਬਾਅਦ 20ਵੀਂ ਵਾਰ ਸਤਿਗੁਰੂ ਅਮਰਦਾਸ ਜੀ ਹਰਿਦੁਆਰ ਵੱਲ ਯਾਤਰਾ ਕਰਨ ਜਾਂਦੇ ਆ। ਭਾਵੇਂ ਕਿ ਪਹਿਲਾਂ ਵੀ ਗਏ ਸੀ, ਉਦੋਂ ਨਾ ਗੁਰੂ ਵਾਲੇ ਬਣੇ ਸੀ, ਨਾ ਗੁਰੂ ਬਣੇ ਸੀ, ਕੇਵਲ ਹਿੰਦੂ ਮਤ ਮੁਤਾਬਕ ਤੀਰਥਾਂ ਦੀ ਯਾਤਰਾ ਕਰਦੇ ਸਨ। ਪਰ ਅੱਜ ਜਦੋਂ ਇਹ 20ਵੀਂ ਵਾਰ ਹਰਿਦੁਆਰ ਗਏ ਅਤੇ ਉੱਥੋਂ ਦੇ ਵਿਦਵਾਨਾਂ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿਚਾਰ ਵਟਾਂਦਰੇ ਹੋਏ। ਕੱਲ੍ਹ ਆਪਾਂ ਸਰਵਣ ਕੀਤਾ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਵੇਦਾਂ ਦੇ ਵਕਤੇ ਹਾਂ, ਵੇਦਾਂ ਦੇ ਗਿਆਨੀ ਹਾਂ, ਵੇਦਾਂ ਦੇ ਜਾਣੂ ਹਾਂ, ਸਾਡੇ ਮੂੰਹ ਜ਼ਬਾਨੀ ਵੇਦ ਯਾਦ ਹਨ ਔਰ ਸਾਡੀ ਮਤ ਮੁਤਾਬਕ ਤਾਂ ਇਹ ਗੰਗਾ ਦਾ ਜਲ ਹੀ ਮੁਕਤੀ ਕਰਦਾ ਹੈ, ਵੇਦ ਮੁਕਤੀ ਕਰਦੇ ਹਨ। ਤੁਸੀਂ ਆਪਣੇ ਸਿੱਖਾਂ ਨੂੰ ਕਿਵੇਂ ਮੁਕਤ ਕਰੋਗੇ? ਉਹ ਤਾਂ ਤੁਸੀਂ ਕੇਵਲ ਨਾਮ ਦੀ ਗੱਲ ਹੀ ਕਰਦੇ ਹੋ ਵੀ ਨਾਮ ਜਪੋ, ਨਾਮ ਹੀ ਮੁਕਤੀ ਕਰੇਗਾ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੱਲ੍ਹ ਫਿਰ ਦੱਸਿਆ ਸੀਗਾ ਕਿ ਮਨੁੱਖ ਜਿਹੜਾ ਹੈ ਆਪਣੇ ਆਪ ਨੂੰ ਗਿਆਨੀ ਵਿਦਵਾਨ ਸਮਝ ਕੇ, ਪੰਡਿਤ ਸਮਝ ਕੇ ਜਦੋਂ ਹੰਕਾਰ ਕਰਦਾ ਹੈ ਉਦੋਂ ਉਹ ਮੁਕਤ ਨਹੀਂ ਹੋ ਸਕਦਾ। ਹੁਣੇ ਆਪਾਂ ਇੱਕ ਸ਼ਬਦ ਪੜ੍ਹਿਆ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਏ ਨੇ ਹੋਤ ਨਿਹਾਲ। ਇੱਕ ਅੱਖਰ, ਇੱਕ ਅੱਖਰ 35 ਦੇ ਵੀ ਇਕੱਲੇ ਇਕੱਲੇ ਅੱਖਰ ਨੂੰ ਕਹਿੰਦੇ ਆ, ਇੱਕ ਸ਼ਬਦ ਨੂੰ ਵੀ ਇੱਕ ਅੱਖਰ ਕਹਿ ਦਿੰਦੇ ਆ, ਜਿਵੇਂ ਵਾਹਿਗੁਰੂ, ਰਾਮ, ਅੱਲਾ, ਖੁਦਾ ਆਦਿ। ਹੁਣ ਜੇ ਸਾਡੇ ਦਿਮਾਗ ਵਿੱਚ ਇੱਕ ਅੱਖਰ ਵਸ ਜਾਵੇ, ਗੁਰੂ ਦਾ ਬਖਸ਼ਿਆ ਉਪਦੇਸ਼ ਜੇ ਸਾਡੇ ਦਿਮਾਗ ਵਿੱਚ ਇਹ ਵਸ ਜਾਵੇ ਤੇ ਸਾਡਾ ਉਧਾਰ ਹੋ ਸਕਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਇੱਥੋਂ ਤੁਰੋਗੇ ਤੇ ਦਿਮਾਗ ਦੇ ਵਿੱਚ ਕੇਵਲ ਘਰ ਦਾ ਖਿਆਲ ਰੱਖਣਾ ਪਊ ਤਾਂ ਘਰੇ ਜਾਓਗੇ। ਜੇ ਤੁਸੀਂ ਜਾਂਦੇ ਜਾਂਦੇ ਹੋਰ ਫੁਰਨੇ ਚੱਕ ਲਏ, ਫਲਾਣੇ ਨੂੰ ਵੀ ਮਿਲਣਾ ਸੀਗਾ, ਇੱਧਰੋਂ ਸੌਦਾ ਨਾ ਲੈ ਜਾਈਏ ਫੜ ਕੇ, ਜਾਂਦੇ ਜਾਂਦੇ ਉਹ ਮਿੱਤਰ ਨੂੰ ਮਿਲੇ ਆਈਏ, ਤਾਂ ਕਿੰਨੇ ਫੁਰਨੇ ਚੱਕ ਲਏ? 4-5। ਪਰ ਕੀ 4-5 ਥਾਵਾਂ 'ਤੇ ਜਾ ਵੜੋਗੇ? ਜਾਓਗੇ ਤਾਂ ਇੱਕ ਥਾਂ 'ਤੇ। ਜੇ ਤੁਸੀਂ ਘਰੇ ਜਾਣ ਦਾ ਫੁਰਨਾ ਛੱਡ ਕੇ ਹੋਰ ਫੁਰਨੇ ਚੱਕ ਲਏ, ਘਰੇ ਨਹੀਂ ਪਹੁੰਚੋਗੇ, ਉੱਧਰ ਚਲੇ ਜਾਓਗੇ। ਤਾਂ ਗੁਰੂ ਸਾਹਿਬਾਂ ਦੇ ਸਾਇੰਟੀਫਿਕ ਬਚਨ ਹਨ। ਜਦੋਂ ਸਾਡੇ ਦਿਮਾਗ ਦੇ ਵਿੱਚ ਕੇਵਲ ਪਰਮੇਸ਼ਰ ਦਾ ਧਿਆਨ ਹੋਵੇਗਾ, ਇੱਕ ਅੱਖਰ ਵਸੇਗਾ, ਚਾਹੇ ਉਹ ਵਾਹਿਗੁਰੂ ਮੰਤਰ ਜਪਣਾ ਸ਼ੁਰੂ ਕਰੋ, ਚਾਹੇ ਹਿੰਦੂ ਮੱਤ ਵਾਲੇ ਆਪਣਾ ਰਾਮ ਰਾਮ ਜਪਦੇ ਆ, ਜੋ ਸਾਡੇ ਦਿਮਾਗ ਵਿੱਚ ਇੱਕ ਦਾ ਨਿਸ਼ਾਨਾ ਹੋਵੇਗਾ ਤਾਂ ਅਸੀਂ ਉਸ ਨੂੰ ਵਿੰਨ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਪਾਂਡਵਾਂ ਦਾ ਅਰਜਨ ਇੱਕ ਸਵੰਬਰ ਰਚਿਆ ਗਿਆ, ਦ੍ਰੋਪਦ ਰਾਜੇ ਵੱਲੋਂ ਆਪਣੀ ਲੜਕੀ ਦ੍ਰੋਪਦੀ ਨੂੰ ਵਿਆਹੁਣ ਵਾਸਤੇ ਇੱਕ ਸ਼ਰਤ ਰੱਖੀ ਗਈ। ਇੱਕ ਕੜਾਹੇ ਦੇ ਵਿੱਚ ਇੱਕ ਲੋਹੇ ਦੀ ਸੀਖ ਲਾ ਕੇ ਉਹਦੇ ਉੱਤੇ ਇੱਕ ਮੱਛੀ ਘੁੰਮ ਰਹੀ ਆ, ਔਰ ਥੱਲੇ ਕੜਾਹੇ 'ਚ ਤੇਲ ਭਰਿਆ ਹੋਇਆ, ਤੇ ਤੇਲ ਦੇ ਵਿੱਚੋਂ ਦੇਖ ਕੇ ਮੱਛੀ ਦੀ ਅੱਖ 'ਚ ਤੀਰ ਮਾਰਨਾ, ਕਹੋ ਸਤਨਾਮ ਸ੍ਰੀ। ਤੇ ਜਿਹਨੇ ਇਹ ਕੰਮ ਕਰਤਾ, ਮੈਂ ਆਪਣੀ ਲੜਕੀ ਉਹਦੇ ਨਾਲ ਵਿਆਹੂੰਗਾ। ਬੜੇ ਲੋਕਾਂ ਨੇ ਜ਼ੋਰ ਲਾਇਆ, ਵੇਖਣਾ ਤੇਲ 'ਚ ਉਹਦਾ ਪਰਛਾਵਾਂ ਹੈ ਤੇ ਉਹ ਇੱਦਾਂ ਘੁੰਮ ਰਹੀ ਹੈ। ਹੁਣ ਘੁੰਮਦੀ ਹੋਈ ਦੇ ਜਦੋਂ ਨਿਸ਼ਾਨਾ ਬਿੰਨ ਕੇ ਉਸ ਦੇ ਮਾਰਨਾ ਹੈ ਤੇ ਉਹ ਕੌਣ ਮਾਰ ਸਕਦਾ ਹੈ? ਬਹੁਤ ਜ਼ੋਰ ਲਾਇਆ ਤੇ ਅਰਜਨ ਪਾਂਡਵ ਇਹ ਕਹਿਣ ਲੱਗਿਆ, ਮੈਂ ਵੀ ਦੇਖਦਾ। ਫਿਰ ਇਹ ਵੀ ਚਲੇ ਗਏ ਪੰਜੇ ਭਰਾ ਉੱਥੇ। ਤੇ ਜਿਸ ਵੇਲੇ ਗੁਰੂ ਪਿਆਰਿਓ ਅਰਜਨ ਪਾਂਡਵ ਦੀ ਡਿਊਟੀ ਲਾਈ ਤੇ ਉਹ ਵੀ ਇਹ ਅਭਿਆਸ ਕਰਦਾ ਹੋਇਆ ਉੱਥੇ ਆਪਣਾ ਪੇਪਰ ਦੇਣ ਲੱਗਿਆ, ਤੇ ਕ੍ਰਿਸ਼ਨ ਜੀ ਇਹਨਾਂ ਦੇ ਮਹਾਰਥੀ ਬਣੇ, ਰਥ ਨੂੰ ਚਲਾਉਣ ਵਾਲੇ। ਉਹਨਾਂ ਨੇ ਮਾਰਗਦਰਸ਼ਨ ਕੀਤਾ, ਔਰ ਇਸ ਨੂੰ ਉੱਥੇ ਵੇਖਦਿਆਂ ਹੋਇਆਂ ਪੁੱਛਿਆ, ਤੈਨੂੰ ਕੀ ਦਿਖਾਈ ਦੇ ਰਿਹਾ? ਕਹਿੰਦਾ, ਮੈਨੂੰ ਕੇਵਲ ਮੱਛੀ ਦੀ ਅੱਖ ਦਿਸਦੀ ਆ, ਹੋਰ ਕੁਛ ਨਹੀਂ ਦਿਸਦਾ। ਕਹੋ ਸਤਨਾਮ ਸ੍ਰੀ। ਭਾਵ ਨਿਸ਼ਾਨਾ, ਜਿੰਨਾ ਚਿਰ ਨਿਸ਼ਾਨੇ 'ਤੇ ਧਿਆਨ ਨਹੀਂ, ਉਨਾ ਚਿਰ ਨਿਸ਼ਾਨਾ ਬਿਨ੍ਹਿਆ ਨਹੀਂ ਜਾ ਸਕਦਾ। ਕਹੋ ਸਤਨਾਮ ਸ੍ਰੀ। ਤੇ ਅਰਜਨ ਪਾਂਡਵ ਨੂੰ ਕੇਵਲ ਤੇ ਕੇਵਲ ਮੱਛੀ ਦੀ ਅੱਖ ਦਿਖਾਈ ਦਿੰਦੀ ਹੈ ਤੇ ਉਹਨੇ ਬਿੰਨ ਦਿੱਤੀ ਉਹ, ਔਰ ਫਿਰ ਇਸ ਦੀ ਸ਼ਾਦੀ ਕੀਤੀ ਗਈ ਉਹਦੇ ਨਾਲ। ਇਸ ਤਰ੍ਹਾਂ ਗੁਰੂ ਪਿਆਰਿਓ, ਸ਼ਾਦੀ ਹੋਣ ਤੋਂ ਬਾਅਦ ਇਹ ਘਰ ਆਏ ਪੰਜੇ, ਤੇ ਇਹ ਜੰਗਲਾਂ ਵਿੱਚ ਰਹਿੰਦੇ ਸਨ ਉਸ ਵੇਲੇ। ਤੇ ਜਦੋਂ ਵੀ ਕੋਈ ਬਾਹਰੋਂ ਖਾਣ ਪੀਣ ਨੂੰ ਕੋਈ ਵਸਤੂ ਲੈ ਕੇ ਆਉਣੀ, ਜੰਗਲ 'ਚੋਂ ਇਕੱਠੀ ਕਰਕੇ ਫਲ ਫਰੂਟ, ਕਹਿਣਾ, ਮਾਤਾ ਅਸੀਂ ਲਿਆਂਦੇ ਸਮਾਨ ਲਿਆਂਦਾ। ਮਾਂ ਨੇ ਅੱਗੋਂ ਕਹਿਣਾ, ਪੁੱਤ ਵੰਡ ਕੇ ਖਾ ਲਓ। ਕਹੋ ਸਤਨਾਮ ਸ੍ਰੀ। ਅੱਜ ਵੀ ਜਾ ਕੇ ਕਹਿੰਦੇ, ਮਾਂ ਅਸੀਂ ਇੱਕ ਚੀਜ਼ ਲਿਆਏ। ਕਹਿੰਦੀ, ਵੰਡ ਕੇ ਛਕ ਲਓ। ਉਹਨੂੰ ਕੀ ਪਤਾ ਸੀ ਕੀ ਹੈ। ਭਾਵ ਚਲੋ ਖੈਰ, ਉਹਨਾਂ ਪੰਜਾਂ ਪਾਂਡਵਾਂ ਦੇ ਨਾਲ ਉਹ ਬੀਬੀ ਤੋੜ ਦਿੱਤੀ ਗਈ। ਮੈਂ ਗੱਲ ਕਰਦਾ ਨਿਸ਼ਾਨੇ ਦੀ। ਸਾਡਾ ਨਿਸ਼ਾਨਾ ਜਿੱਥੇ ਹੋਵੇਗਾ ਉੱਥੇ ਪਹੁੰਚਾਂਗੇ, ਤਾਂ ਤੇ ਗੁਰੂ ਦੀ ਗੱਲ ਸਹੀ ਹੈ। ਭਾਵੇਂ ਕੋਈ ਵੇਦਾਂ ਦਾ ਗਿਆਨੀ ਹੋਵੇ। ਇਹ ਦੂਸਰੀ ਗੱਲ ਹੈ,
पर फिर जिथे जाना उतों का निशाना रखना पैना। इस करके गुरु साहब ने सानू एक शब्द नाल जोड़िया, एक शब्द मेरे प्राण बस बहुत जन्म ना आवा। हुण जदों ये गल कल समझाई, आपां कल सरवण कीता, सतगुरू ने दस्सिया भी एक नाल जुड़ना है। आखिरी पंक्ति पढ़ी सी, ਜਾਂ ਤਿਸ ਭਾਵੈ ਤਾਂ ਆਪ ਮਿਲਾਏ। ਜਦੋਂ ਪਰਮੇਸ਼ਰ ਨੂੰ ਕਿਸੇ ਜੀਵ ਦੀ ਭਾਵਨਾ ਚੰਗੀ ਲੱਗਦੀ ਹੈ ਤੇ ਉਹ ਉਹਨੂੰ ਗੁਰੂ ਨਾਲ ਮਿਲਾਉਂਦਾ ਤੇ ਗੁਰੂ ਪਰਮੇਸ਼ਰ ਦੇ ਨਾਲ ਜੋੜਦਾ, ਡਾਇਰੈਕਸ਼ਨ ਦਿੰਦਾ। ਗੁਰੂ ਪਰਮੇਸ਼ਰ ਦਾ ਨਾਮ ਲੈਂਦਾ ਵੀ ਇਹਨੂੰ ਜਪ ਕੇ ਉੱਥੇ ਹੀ ਪਹੁੰਚੇਗਾ। ਨਹੀਂ ਤਾਂ ਫਿਰ ਜੈਸਾ ਸੇਵਾ ਤੈਸਾ ਹੋਏ, ਜਿਹੋ ਜਿਹਾ ਸਿਮਰਾਂਗੇ ਉਹੋ ਜਿਹੇ ਹੋ ਜਾਵਾਂਗੇ। ਕਹੋ ਸਤਨਾਮ, ਇਹ ਵੀ ਬਾਣੀ ਦਾ ਬਚਨ ਹੈ। ਤਾਂ ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੋਖ ਚੁਕਾਏ। ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਇਹ ਤਾਂ ਹੋ ਗਈ ਨਾਮ ਦੀ ਮਹਿਮਾ, ਕੱਲ ਦੱਸੀ। ਹੁਣ ਫਿਰ ਪੰਡਤ ਪੁੱਛਦੇ ਆ ਰੱਬ ਦਾ ਕੀ ਰੂਪ ਹੈ, ਸਰਗੁਣ ਹੈ ਕਿ ਨਿਰਗੁਣ ਹੈ? ਕਿਹੜੇ ਰੱਬ ਨੂੰ ਜਪੀਏ, ਕੀ ਸਰੂਪ ਹੈ ਰੱਬ ਦਾ? ਸਤਿਗੁਰੂ ਅਮਰਦਾਸ ਜੀ ਫਿਰ ਇਸ ਵਿਸ਼ੇ 'ਤੇ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ। ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ। ਨਿਰਗੁਣ ਦਾ ਮਤਲਬ ਹੈ ਰੰਗ ਰੂਪ ਤੋਂ ਰਹਿਤ, ਤਿੰਨਾਂ ਗੁਣਾਂ ਤੋਂ ਪਰੇ, ਰਜੋ ਤਮੋ ਸਤੋ ਇਹਨਾਂ ਗੁਣਾਂ ਤੋਂ ਪਰੇ, ਜਿਸ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ, ਜਿਹੜਾ ਕਿ ਸਭ ਤੋਂ ਪਹਿਲਾਂ ਸੀ, ਜਿਸ ਤੋਂ ਅਸੀਂ ਸਾਰੇ ਬਣੇ ਹਾਂ। ਅਰਬਦ ਨਰਬਦ ਧੁੰਦੂ ਕਾਰਾ, ਧਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏਂਦਾ। ਜਦੋਂ ਆਪਣੇ ਆਪੇ ਵੀ ਸਮਾਇਆ ਹੋਇਆ ਸੀ, ਉਹ ਨਿਰਗੁਣ ਹੈ। ਤੇ ਸਰਗੁਣ ਕਹਿੰਦੇ ਆ ਮਾਇਆ ਨੂੰ, ਸ੍ਰਿਸ਼ਟੀ ਨੂੰ। ਸਰਗੁਣ ਭਾਵ ਜੋ ਸਰੀਰ ਦਿਖਾਈ ਦੇ ਰਹੇ ਨੇ, ਨਿਰਗੁਣ ਜੋ ਦਿਖਾਈ ਨਹੀਂ ਦੇ ਰਿਹਾ। ਕਹਿੰਦੇ ਜਿਹੜਾ ਨਿਰਗੁਣ ਹੈ ਉਹ ਬ੍ਰਹਮ ਹੈ, ਉਹ ਨਿਰਮਲ ਨੋਰਮਲ ਬ੍ਰਹਮ ਹੈ। ਉਸ ਨੂੰ ਕਿਸੇ ਦੀ ਲਾਗ ਲਪੇਟ ਨਹੀਂ ਹੈ, ਉਸ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ, ਜੇ ਰੂਪ ਰੰਗ ਆ ਰੇਖ ਪੇ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਉਹ ਜਿਹੜਾ ਸਰੂਪ ਹੈ ਕਦੇ ਜਾਂਦਾ ਨਹੀਂ। ਭਾਵ ਅਸੀਂ, ਸਾਡੇ ਬਜ਼ੁਰਗ ਪਹਿਲਾਂ ਆਏ ਸੀ, ਉਹ ਚਲੇ ਗਏ, ਸਰੀਰ ਕਰਕੇ ਖਤਮ ਹੋ ਗਏ ਸਰੀਰ ਉਹਨਾਂ ਦੇ। ਇਸੇ ਤਰ੍ਹਾਂ ਹੀ ਪਰ ਪਰਮੇਸ਼ਰ ਦਾ ਜਿਹੜਾ ਉਹ ਸੂਖਮ ਰੂਪ ਹੈ ਉਹ ਖਤਮ ਹੋਣ ਵਾਲਾ ਨਹੀਂ, ਉਹ ਸਾਡੇ ਵੀ ਸਾਰਿਆਂ ਦੇ ਵਿੱਚ ਹੈ। ਜਦੋਂ ਨਿਕਲ ਜਾਂਦਾ ਉਹਦੇ ਵਿੱਚ ਮਿਲ ਜਾਏਗਾ, ਉਹਨੂੰ ਯਾਦ ਕਰੇਗਾ ਤਾਂ ਉਹਦੇ ਵਿੱਚ ਮਿਲੇਗਾ। ਜੇ ਮਰਦੇ ਮਰਦੇ ਕੋਈ ਸੰਸਾਰੀ ਫੁਰਨਾ ਚੱਕ ਲਿਆ, ਫਿਰ ਉੱਧਰ ਨੂੰ ਚੱਲ ਪਵੇਗਾ। ਜਿਵੇਂ ਤੁਸੀਂ ਗੁਰੂ ਘਰ 'ਚੋਂ ਨਿਕਲਦੇ ਹੀ ਜਿੱਥੋਂ ਦਾ ਫੁਰਨਾ ਚੱਕੋਗੇ ਉੱਥੇ ਪਹੁੰਚ ਜਾਓਗੇ। ਕਹੋ ਸਤਨਾਮ ਸ੍ਰੀ। ਤਾਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਨਿਰਗੁਣ ਹੈ, ਸ਼ੁੱਧ ਬ੍ਰਹਮ ਹੈ। ਤੇ ਉਹ ਸ਼ੁੱਧ ਬ੍ਰਹਮ ਜਿਹੜਾ ਹੈ ਉਸਨੇ ਆਪੇ ਤੋਂ, ਆਪਣੇ ਆਪੇ ਤੋਂ ਸ੍ਰਿਸ਼ਟੀ ਪੈਦਾ ਕੀਤੀ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਦ ਉਸਨੇ ਇਹ ਬਚਨ ਉਚਾਰਿਆ ਹੋ ਜਾ, ਤੇ ਆਪਾਂ ਸਾਰੇ ਬਣਨੇ ਸ਼ੁਰੂ ਹੋ ਗਏ। ਉਸ ਅਕਾਲ ਪੁਰਖ ਤੋਂ ਹਵਾ ਬਣੀ, ਹਵਾ ਠੰਡੀ ਹੋ ਕੇ ਪਾਣੀ ਬਣਿਆ, ਪਾਣੀ ਤੋਂ ਆਪਾਂ ਸਾਰੇ ਬਣੇ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੜ ਘੜ ਜੋਤ ਸਮੋਏ। ਤੇ ਫਿਰ ਸਾਰਿਆਂ ਦੇ ਵਿੱਚੋਂ ਆਪ ਵੜ ਬੈਠਾ। ਇਸ ਕਰਕੇ ਉਹ ਨਿਰਗੁਣ ਵੀ ਆ, ਉਹ ਸਰਗੁਣ ਵੀ ਹੈ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਫਿਰ ਜਾਪ। ਸੁਖਮਨੀ ਸਾਹਿਬ ਦੇ ਬਚਨ। ਤਾਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੁਣ ਸਰਗੁਣ ਦੀ ਮੈਂ ਤੁਹਾਨੂੰ ਜੇ ਉਦਾਹਰਨ ਦੇਵਾਂ ਤੇ ਵਿਦਵਾਨੋ ਇਸ ਤਰ੍ਹਾਂ ਹੈ, ਜਿਵੇਂ ਉੱਪਰ ਇੱਕ ਸੂਰਜ ਹੈ ਤੇ ਥੱਲੇ ਸੈਂਕੜੇ ਘੜੇ ਪਾਣੀ ਦੇ ਭਰ ਕੇ ਧਰ ਦਿਓ, ਤੇ ਜਿੰਨੇ ਘੜਿਆਂ 'ਚੋਂ ਦੇਖੋਗੇ ਤੁਹਾਨੂੰ ਓਨੇ ਘੜਿਆਂ 'ਚੋਂ ਸੂਰਜ ਦਿਖਾਈ ਦੇਵੇਗਾ। ਉਸੇ ਤਰ੍ਹਾਂ ਹੀ ਸਾਡੇ ਜਿਹੜੇ ਸਰੀਰ ਹਨ ਇਹ ਘੜੇ ਦੀ ਨਿਆਈ ਹੈ। ਅੰਤਸ਼ਕਰਨ ਜਿਹੜਾ ਹੈ ਇਹ ਪਾਣੀ ਦੀ ਨਿਆਈ ਹੈ,
ਔਰ ਪਰਮੇਸ਼ਰ ਜਿਹੜਾ ਹੈ ਸਾਡੇ ਅੰਤਸ਼ਕਰਨ ਵਿੱਚ ਸਮਾਇਆ ਹੋਇਆ ਹੈ। ਮਨ ਬੁੱਧ ਚਿੱਤ ਹੰਕਾਰ, ਇਹ ਅੰਤਸ਼ਕਰਨ ਹੈ ਸਾਡਾ। ਚਾਰਾਂ ਨੂੰ ਮਿਲ ਕੇ ਅੰਤਸ਼ਕਰਨ ਕਹੀਦਾ। ਇਹਦੇ ਵਿੱਚ ਉਹ ਪਰਮੇਸ਼ਰ ਸੂਰਜ ਦੀ ਨਿਆਈ ਸਮਾਇਆ ਹੋਇਆ। ਹੁਣ ਘੜਿਆਂ ਦੇ ਪਾਣੀ ਵਿੱਚੋਂ ਦੇਖੋ, ਤੁਹਾਨੂੰ ਸੂਰਜ ਦਿਖਾਈ ਦੇਵੇਗਾ, ਤੁਸੀਂ ਕਹੋਗੇ 100 ਸੂਰਜ ਹੋ ਗਏ। ਉਹ ਘੜੇ ਟੁੱਟ ਜਾਣ, ਉਹ ਘੜਿਆਂ ਦਾ ਪਾਣੀ ਡੁੱਲ ਜਾਵੇ, ਉਹ ਘੜੇ ਖਤਮ ਹੋ ਜਾਣ, ਸੂਰਜ ਦਿਖਾਈ ਨਹੀਂ ਦਿੰਦਾ ਹੁਣ ਉਹਨਾਂ ਘੜਿਆਂ 'ਚੋਂ। ਪਰ ਸੂਰਜ ਤਾਂ ਹੈਗਾ, ਉਹ ਤਾਂ ਨਹੀਂ ਮਰਿਆ ਨਾ। ਕਹੋ ਸਤਨਾਮ, ਉਹ ਤਾਂ ਉੱਪਰ ਹੈਗਾ। ਉਸੇ ਤਰ੍ਹਾਂ ਪਰਮੇਸ਼ਰ ਜਿਹੜਾ ਹੈ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ, ਕੀਮਤ ਨਹੀਂ ਪਾਏ। ਇਹ ਕੁਦਰਤ ਉਸ ਦੀ ਬਣਾਈ ਹੋਈ ਹੈ, ਨਾ ਉਹਦੀ ਕੀਮਤ ਪਾਈ ਜਾਣੀ ਹੈ, ਨਾ ਉਹਦੀ ਕੁਦਰਤ ਦੀ ਕੀਮਤ ਪਾਈ ਜਾਣੀ ਹੈ। ਬਾਬੇ ਨਾਨਕ ਨੇ ਐਸੇ ਕਿਤਨੇ ਬਚਨ ਉਚਾਰੇ। ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਬਾਵਨ ਹਾਰੇ, ਕੇਤੇ ਤੇਰੇ ਰਾਗ ਪਰੀ ਸਿਓ ਕਹੀ ਅਨਕੇਤੇ ਤੇਰੇ ਗਾਵਨ ਹਾਰੇ। ਇਹ ਸੋਦਰ ਦੀ ਪੌੜੀ ਵਿੱਚ ਲਗਭਗ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰੀ ਦੁਨੀਆ ਨੂੰ, ਸ੍ਰਿਸ਼ਟੀ ਨੂੰ ਗਿਣਨਾ ਕੀਤਾ, ਪਰ ਉਹ ਵੀ ਅਖੀਰ ਤੇ ਕਹਿੰਦੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ। ਮੈਂ ਸਾਰੇ ਨਹੀਂ ਗਿਣ ਸਕਿਆ। ਕਹੋ ਸਤਨਾਮ ਸ੍ਰੀ। ਤੈਨੂੰ ਗਾਉਣ ਵਾਲੇ ਮੈਂ ਸਾਰੇ ਨਹੀਂ ਗਿਣ ਸਕਿਆ। ਇਹ ਸ਼ਬਦ ਗੁਰਬਾਣੀ ਵਿੱਚ 3 ਵਾਰੀ ਆਇਆ। ਪਹਿਲੀ ਵਾਰੀ ਉਹਨਾਂ ਨੇ ਇਹ ਸ਼ਬਦ ਪਰਮੇਸ਼ਰ ਦੇ ਸਾਹਮਣੇ ਉਚਾਰਿਆ ਸੀਗਾ। ਪਹਿਲੀ ਵਾਰੀ ਜਦ ਗਏ ਬਾਬਾ ਨਾਨਕ ਜੀ ਮੂਲ ਮੰਤਰ ਲੈ ਕੇ ਆਏ, ਥੱਲੇ ਪ੍ਰਚਾਰ ਕੀਤਾ ਸਿੱਖੀ ਦਾ ਆ ਕੇ ਮਾਤਲੋਕ 'ਚ। ਪ੍ਰਚਾਰ ਕਰਦੇ ਕਰਦੇ ਜਦੋਂ ਇੱਕ ਯਾਤਰਾ ਉਹਨਾਂ ਨੇ ਪਹਾੜੀ ਯਾਤਰਾ ਕੀਤੀ, ਧਰੁਵ ਪ੍ਰਹਿਲਾਦ ਉਹਨਾਂ ਦੇ ਕੋਲ ਪਹੁੰਚੇ ਤੇ ਉੱਥੇ ਜਾ ਕਰਕੇ ਆਪਣੇ ਸਾਥੀਆਂ ਨੂੰ ਧਰੁਵ ਦੇ ਕੋਲ ਬਿਠਾ ਕੇ ਤੇ ਆਪ ਅੱਗੇ ਚਲੇ ਗਏ। ਤੇ ਜਦ ਵਾਪਸ ਮੁੜੇ ਤੇ ਉਹਨਾਂ ਨੂੰ ਧਰੁਵ ਪੁੱਛਦਾ, ਜੀ ਅੱਗੇ ਕੀ ਦੇਖ ਕੇ ਆਏ? ਕਹਿੰਦੇ ਉਸ ਪਰਮੇਸ਼ਰ ਨੂੰ ਮਿਲ ਕੇ ਆਏ ਹਾਂ। ਵਿਰਾਟ ਸਰੂਪ ਉਸ ਦਾ ਕੈਸਾ ਸਰੂਪ ਹੈ, ਉੱਥੇ ਕੀ ਗੱਲਬਾਤ ਹੋਈ? ਤਾਂ ਉੱਥੇ ਪਰਮੇਸ਼ਰ ਨੇ ਪੁੱਛਿਆ ਸੀ ਬਾਬੇ ਨਾਨਕ ਨੂੰ, ਨਾਨਕ ਕਿੰਨੇ ਕੁ ਲੋਕਾਂ ਨੂੰ ਮੇਰੇ ਬਾਰੇ ਦੱਸ ਦਿੱਤਾ? ਕਿੰਨੇ ਕੁ ਲੋਕ ਮੈਨੂੰ ਗਾਉਣ ਲੱਗ ਪਏ? ਤੇ ਉੱਥੇ ਪਹਿਲੀ ਵਾਰ ਸੋਦਰ ਦੀ ਪੌੜੀ ਗਾਈ ਸੀ ਕਲਪੁਰਖ ਦੇ ਸਾਹਮਣੇ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਵੈ ਸਰਬ ਸੰਭਾਲੇ। ਐ ਸੰਬੋਧਨ ਹੋ ਕੇ ਜਿਵੇਂ ਕੋਈ ਦੋ ਜਣੇ ਗੱਲ ਕਰਦੇ ਆ, ਤੇਰਾ ਘਰ ਕਿੱਥੇ ਹੈ, ਤੇਰਾ ਘਰ ਕਿਹੋ ਜਿਹਾ, ਇੱਦਾਂ ਗੱਲ ਕਰਦੇ ਆ। ਵਾਹ ਮਹਾਰਾਜ, ਇੰਨੀ ਦੁਨੀਆ ਤੈਨੂੰ ਗਾ ਰਹੀ ਹੈ, ਤੂੰ ਕਿੱਥੇ ਬੈਠ ਕੇ ਸੰਭਾਲਦਾ ਇੰਨਿਆਂ ਨੂੰ? ਕਹੋ ਸਤਨਾਮ ਸੀ। ਦਰ ਹੁੰਦਾ ਹੈ ਦਰਵਾਜ਼ਾ, ਜਿਵੇਂ ਆਪਣਾ ਦਰਵਾਜ਼ਾ ਹੁੰਦਾ ਮੇਨ ਡਿਊੜੀ, ਇਹ ਘਰ ਤੋਂ ਬਹੁਤ ਉੱਚਾ ਹੁੰਦਾ, ਅੱਗੇ ਘਰ ਦੇ ਕਮਰੇ ਨੀਵੇਂ ਹੁੰਦੇ ਆ। ਤੇ ਉੱਥੇ ਬਾਬੇ ਨਾਨਕ ਨੇ ਸ਼ਬਦ ਉਚਾਰਿਆ ਪਰਮੇਸ਼ਰ ਦੇ ਸਾਹਮਣੇ ਖੜ ਕੇ, ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਬਾਵਨ ਹਾਰੇ। ਤੈਨੂੰ ਕਿਤਨੀ ਦੁਨੀਆ ਗਾ ਰਹੀ ਹੈ, ਕਿੰਨੇ ਤੇਰੇ ਬਾਜੇ ਵੱਜ ਰਹੇ ਆ, ਕਿੰਨੇ ਤਰ੍ਹਾਂ ਦੀ ਦੁਨੀਆ, ਕਿੰਨੇ ਤਰ੍ਹਾਂ ਦੇ ਜੀਵ ਜੰਤੂ ਹੈ। ਅਖੀਰ ਤੇ ਕਹਿੰਦੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ। ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਇਹ ਗੱਲ ਧਰੁਵ ਨੂੰ ਵੀ ਆ ਕੇ ਦੱਸੀ। ਫਿਰ ਧਰੁਵ ਪੁੱਛਦਾ ਉਹ ਕਿਹੋ ਜਿਹਾ? ਬਸ ਕਹਿੰਦੇ ਉਹਦੇ ਵਰਗਾ ਤਾਂ ਉਹ ਹੀ ਆ, ਮੈਂ ਤੈਨੂੰ ਕੀ ਦੱਸਾਂ। ਧਰੁਵ ਭਗਤ ਜੀ ਹੁਣ ਉਹ ਵੀ ਬ੍ਰਹਮ ਗਿਆਨੀ ਹੋਏ ਆ ਬਹੁਤ ਵੱਡੇ। ਉਹ ਬਾਬੇ ਨਾਨਕ ਨੂੰ ਕਹਿੰਦੇ ਉਹ ਤੂੰ ਹੀ ਆ, ਕਾਹਨੂੰ ਸਾਨੂੰ ਭੁਲੇਖੇ 'ਚ ਪਾਇਆ? ਕਹੋ ਸਤਨਾਮ। ਉਹ ਪਰਮੇਸ਼ਰ ਤੁਸੀਂ ਹੋ। ਗੁਰੂ ਨਾਨਕ ਦੇਵ ਜੀ ਨੂੰ ਖੁਸ਼ ਹੋ ਕੇ ਹੱਸ ਕੇ ਕਹਿੰਦੇ ਨਾ ਧਰੁਵ ਜੀ, ਕਹਿੰਦੇ ਜੀ ਉਹ ਪਰਮੇਸ਼ਰ ਤੁਸੀਂ ਹੋ। ਜਦੋਂ ਪੁੱਛਿਆ ਵੀ ਉੱਥੋਂ ਦਾ ਕੀ ਸਰੂਪ ਸੀ, ਕਹਿੰਦੇ ਉੱਥੇ ਬਹੁਤ ਪ੍ਰਕਾਸ਼ ਸੀਗਾ, ਜਿਸ ਨੂੰ ਦੇਖ ਕੇ ਮੇਰੇ ਨੇਤਰ ਝੁੰਧਿਆ ਗਏ, ਮੇਰੀਆਂ ਅੱਖਾਂ ਝੁੰਧਿਆ ਗਈਆਂ। ਬਸ ਉੱਥੇ ਮੈਂ ਆਵਾਜ਼ ਸੁਣੀ ਤੇ ਆਵਾਜ਼ ਦੇ ਨਾਲ ਗੱਲਬਾਤ ਹੋਈ। ਇਸੇ ਗੱਲ ਨੂੰ 10ਵੇਂ ਪਾਤਸ਼ਾਹ ਕਹਿੰਦੇ, ਕਾਨ ਸੁਣੇ ਪਹਿਚਾਨ ਨ ਤਿਨ ਸਿਓ, ਲਿਵ ਲਾਗੀ ਮੋਰੀ ਪਗ ਇਨ ਸਿਓ। ਮਤਲਬ ਸ਼ਬਦ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਵੇਲੇ ਧਰੁਵ ਨੇ ਪੁੱਛਿਆ ਕਿ ਮਹਾਰਾਜ ਉਹਨਾਂ ਦਾ ਕੀ ਸਰੂਪ ਸੀ,
ਉਹ ਕਹਿੰਦੇ ਮੈਂ ਸਰੂਪ ਬਿਆਨ ਨਹੀਂ ਕਰ ਸਕਦਾ ਉਹਨਾਂ ਦਾ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਉਹਦੇ ਵਰਗਾ ਤਾਂ ਉਹੋ ਹੀ ਹੈ, ਸੋਈ ਸੋਈ ਉਹ ਤਾਂ ਉਹੋ ਹੀ ਆ, ਮੈਂ ਕੀ ਦੱਸਾਂ। ਧਰੂ ਜੀ ਕਹਿੰਦੇ ਉਹ ਤਾਂ ਫਿਰ ਤੁਸੀਂ ਹੋ, ਹੋਰ ਨਹੀਂ ਕੋਈ, ਤੁਸੀਂ ਹੀ ਤਾਂ ਪਰਮੇਸ਼ਰ ਹੋ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਧਰੂ ਜੀ ਤੁਸੀਂ ਵੀ ਘੱਟ ਨਹੀਂ, ਜਿਸਨੇ ਜਾਣ ਲਿਆ ਉਹ ਵੀ ਤਾਂ ਘੱਟ ਨਹੀਂ ਨਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਫਿਰ ਦੋਨੇ ਇੱਕ ਦੂਜੇ ਨੂੰ ਗਲਵੱਕੜੀ ਪਾ ਕੇ ਮਿਲੇ। ਬਾਬਾ ਨਾਨਕ ਉਹਨਾਂ ਦੇ ਚਰਨ ਬੰਦਨਾ ਕਰਦਾ, ਧਰੂ ਨਾਨਕ ਜੀ ਨੂੰ ਚਰਨ ਬੰਦਨਾ ਕਰੀ ਜਾਂਦੇ ਆ। ਕੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਉਹ ਨਿਰਗੁਣ ਤੇ ਸਰਗੁਣ ਦੀ ਮੈਂ ਗੱਲ ਕਰ ਰਿਹਾ ਸੀਗਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਨਿਰਗੁਣ ਸਰੂਪ ਹੀ ਸਰੀਰਾਂ ਵਿੱਚ ਵਸਿਆ ਹੋਇਆ। ਕਬੀਰ ਸਾਹਿਬ ਜੀ ਦੀ ਇਹ ਬਚਨ ਹੈ, ਇੱਕ ਥਿੱਤੀ ਗੌੜੀ, ਉਹਦੇ ਵਿੱਚ ਸ਼ੁਰੂਆਤ ਕਰਦੇ ਹੈ ਪਹਿਲੀ ਤਿਥ ਤੋਂ ਕਿ ਮਨੁੱਖ ਦਾ ਜ਼ਰੂਰੀ ਕੰਮ ਹੈ ਅਮਾਵਸ ਮੱਸਿਆ ਦਾ ਉਦਾਹਰਨ ਦੇ ਕੇ ਮੱਸਿਆ ਦੇ ਉੱਤੇ ਮੱਸਿਆ ਦੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪਰਵਾ ਪ੍ਰੀਤਮ ਕਰੋ ਵਿਚਾਰ। ਮਨੁੱਖ ਦਾ ਪਹਿਲਾ ਕੰਮ ਹੈ ਪਰਮੇਸ਼ਰ ਨਾਲ ਜੁੜਨਾ। ਉੱਠ ਕੇ ਵਾਹਿਗੁਰੂ ਕਹਿਣਾ, ਰਾਮ ਕਹਿਣਾ, ਕਹੋ ਸਤਨਾਮ। ਪਹਿਲਾ ਕੰਮ ਹੈ ਪਰਮੇਸ਼ਰ ਨੂੰ ਯਾਦ ਕਰਨਾ। ਦੁਤੀਆ ਦੋ ਕਰ ਜਾਣੈ ਅੰਗ। ਦੂਜੀ ਤਿੱਥ ਵਿੱਚ ਕਹਿੰਦੇ ਪਰਮੇਸ਼ਰ ਦੇ ਦੋ ਸਰੂਪ ਹੈ, ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਤੇ ਬ੍ਰਹਮ ਦੋਨੇ ਇਕੱਠੇ ਰਹਿੰਦੇ ਨੇ। ਜਿਵੇਂ ਹੁਣ ਤੁਸੀਂ ਤੁਰੇ ਫਿਰਦੇ ਹੋ, ਇਹ ਬਾਡੀਆਂ ਸਾਡੀਆਂ ਤੁਰੀਆਂ ਫਿਰਦੀਆਂ ਤਾਂ ਉਹ ਬ੍ਰਹਮ ਕਰਕੇ ਤੁਰੀਆਂ ਫਿਰਦੀਆਂ। ਜਦੋਂ ਉਹ ਵਿੱਚੋਂ ਨਿਕਲ ਗਿਆ ਫਿਰ ਇਹ ਮਿੱਟੀ 'ਚੋਂ ਬਣਿਆ ਤੱਤਾਂ ਦਾ, ਪੰਜਾਂ ਤੱਤਾਂ ਦਾ, ਮਿੱਟੀ ਦੇ ਪੰਜਾਂ ਤੱਤਾਂ 'ਚ ਹੀ ਮਿਲ ਜਾਣਾ। ਕਹੋ ਸਤਨਾਮ ਸ੍ਰੀ। ਤਾਂ ਆਪਾਂ ਜੋ ਬੋਲਦੇ ਹਾਂ, ਸੁਣਦੇ ਹਾਂ, ਕਰਦੇ ਹਾਂ, ਇਹ ਉਹਦੀ ਖੇਡ ਹੈ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ, ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ। ਉਹ ਤਾਂ ਸਾਡੇ ਸਭ ਦੇ ਨਾਲ ਰਹਿੰਦਾ। ਇਹਨੂੰ ਮੂਰਖ ਨੂੰ ਕਿਵੇਂ ਸਮਝ ਆਵੇ, ਇਹ ਬਾਹਰੋਂ ਲੱਭਦਾ ਫਿਰਦਾ। ਤਾਂ ਦੁਤੀਆ ਦੋ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਮ ਸੰਗ। ਫਿਰ ਉੱਥੇ ਸਵਾਲ ਪੈਦਾ ਹੋਇਆ ਵੀ ਠੀਕ ਹੈ ਮਾਇਆ ਤੇ ਬ੍ਰਹਮ, ਹੁਣ ਦੋਨਾਂ 'ਚੋਂ ਕਿਹੜਾ ਰੱਬ ਹੈ? ਮਾਇਆ ਰੱਬ ਹੈ ਕਿ ਬ੍ਰਹਮ ਰੱਬ ਹੈ? ਤੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਰੱਬ ਹੈ ਨਾ, ਉਹਦੀ ਇਹ ਨਿਸ਼ਾਨੀ ਹੈ, ਨਾ ਉਹ ਬੜੈ ਨਾ ਘਟਤਾ ਜਾਏ। ਉਹ ਵਾਧਾ ਘਟਦਾ ਨਹੀਂ। ਸਰੀਰ ਤਾਂ ਵਾਧਾ ਘਟਦਾ, ਪਹਿਲਾਂ ਬੱਚਾ ਸੀ ਹੁਣ ਬੁੱਢਾ ਹੋ ਗਿਆ। ਕੋਈ ਸਤਨਾਮ ਸੀ। ਤਾਂ ਕਲੀਅਰ ਹੋ ਗਈ ਨਾ ਗੱਲ, ਸ਼ਾਂਤੀ ਹੋ ਗਈ। ਜਿਹੜਾ ਬ੍ਰਹਮ ਹੈ ਉਹ ਹਮੇਸ਼ਾ ਇੱਕੋ ਜਿਹਾ ਹੈ, ਉਹ ਵਾਧਾ ਘਟਦਾ ਨਹੀਂ। ਨਾ ਉਹ ਬੜੈ ਨਾ ਘਟਦਾ ਜਾਏ, ਆਦਿ ਪੁਰਖ ਮੈਂ ਰਹੇ ਸਮਾਏ। ਅਸੀਂ ਉਹਦੇ ਨਾਲ ਜੁੜਨਾ ਜਿਹੜਾ ਵਾਧਾ ਘਟਦਾ ਨਹੀਂ। ਤੇ ਉਹਦੇ ਨਾਲ ਜੁੜਨ ਵਾਸਤੇ ਤੀਜੀ ਤਿੱਥ ਵਿੱਚ ਕਹਿੰਦੇ ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਆਨੰਦ ਮੂਲ ਪਰਮ ਪਦ ਪਾਵੇ। ਤਿੰਨਾਂ ਨੂੰ ਬਰਾਬਰ ਮੰਨੋ। ਹੁਣ ਇੱਥੇ ਆਪਾਂ ਤਿੰਨ ਜਣੇ ਆ, ਇੱਕ ਦਾਸ, ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੀਜੀ ਸੰਗਤ। ਤਿੰਨਾਂ ਵਿੱਚ ਹੀ ਉਹ ਬੋਲਦਾ। ਕਹੋ ਸਤਨਾਮ ਸੀ। ਗੁਰਬਾਣੀ ਵਿੱਚ ਵੀ ਉਹ ਬੋਲਦਾ, ਸੋਡੇ ਵਿੱਚ ਵੀ ਹੈ, ਦਾਸ ਵਿੱਚ ਵੀ ਹੈ। ਇੱਕ ਅਰਥ। ਦੂਜਾ ਅਰਥ ਹੈ ਦੇਖਣਾ, ਸੁਣਨਾ ਤੇ ਬੋਲਣਾ। ਇਹਨਾਂ ਤਿੰਨਾਂ ਨੂੰ ਬਰਾਬਰ ਕਰ ਲਓ। ਦੇਖਣ ਵਾਲਿਆਂ ਨੂੰ ਬੋਲਣ ਵਾਲੇ ਨਾਲ ਜੋੜ ਲਓ ਤੇ ਸੁਣਨ ਵਾਲੇ ਨੂੰ ਬੋਲਣ ਵਾਲੇ ਨਾਲ ਜੋੜ ਲਓ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਉਂ ਤਿੰਨੇ ਇਕੱਠੇ ਹੁੰਦੇ ਆ। ਦੇਖਣਾ ਸਵਾਸਾਂ ਤੇ, ਮੂੰਹ 'ਚੋਂ ਬੋਲਿਆ, ਕੰਨਾਂ ਨਾਲ ਸੁਣਨਾ। ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਆਨੰਦ ਮੂਲ ਪਰਮ ਪਦ ਪਾਵੇ। ਇਹ ਆਨੰਦ ਦਾ ਮੁੱਢ ਤੁਹਾਨੂੰ ਆਪਣੇ ਅੰਦਰੋਂ ਮਿਲ ਜਾਵੇਗਾ, ਬਾਹਰ ਜਾਣ ਦੀ ਲੋੜ ਨਹੀਂ। ਇਸ ਕਰਕੇ ਉਹਨਾਂ ਵਿਦਵਾਨ ਪੰਡਤਾਂ ਨੂੰ ਸਮਝਾਉਂਦੇ ਹੋਏ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨਿਰਗੁਣ ਸਰਗੁਣ ਆਪੇ ਸੋਈ, ਹਰ ਥਾਂ ਤੇ ਉਹੀ ਰਮ ਰਿਹਾ ਹੈ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ। ਜਿਹਨੇ ਪੈਦਾ ਕੀਤੀ ਹੈ ਰੰਗੀ ਰੰਗੀ ਭਾਂਤੀ ਕਰ ਕਰ। ਜਿਨਸੀ ਮਾਇਆ ਜਿਨ ਉਪਾਈ, ਜਿਨਸੀ ਭਾਵ ਪੰਜਾਂ ਤੱਤਾਂ ਦੀ।
ਜਿਣਸ ਕੀ ਹੁੰਦੀ ਹੈ? ਛੋਲੇ, ਕਣਕ, ਜੌਂ ਆਦਿ ਇਹ ਜਿਣਸਾਂ। ਤੇ ਇਧਰ ਜਿਣਸ ਹੈ ਤੱਤ। ਪੰਜਾਂ ਤੱਤਾਂ ਦੀ ਇਹ ਸਰੀਰ 'ਚ ਹੀ ਪੈਦਾ ਕੀਤੀ, ਜਿਹੜੀ ਇਹ ਜਿਣਸਾਂ ਤੋਂ ਹੀ ਪੈਦਾ ਹੋਇਆ ਨਾ। ਕਣਕ ਖਾਧੀ ਤਾਂ ਉਸ ਤੋਂ ਆਪਾਂ ਮਾਤਾ ਪਿਤਾ ਤੋਂ ਅੱਗੇ ਪੈਦਾ ਹੋ ਗਏ। ਕਹੋ ਸਤਨਾਮ, ਸਾਡੀਆਂ ਬਾਡੀਆਂ ਬਣ ਗਈਆਂ। ਇਹ ਜਿਣਸਾਂ ਤੋਂ ਪੈਦਾ ਹੋਇਆ ਸਰੀਰ ਸਾਡਾ। ਮਾਂ ਪਿਓ ਨੇ ਭੋਜਨ ਖਾਧਾ, ਉਸ ਤੋਂ ਖੂਨ ਬਿੰਦ ਬਣਿਆ, ਉਸ ਬਿੰਦ ਰੂਪੀ ਪਾਣੀ ਤੋਂ ਆਪਾਂ ਸਾਰੇ ਸਰੀਰ ਬਣੇ। ਪਰ ਵਿੱਚ ਜੋਤ ਪਰਮੇਸ਼ਰ ਨੇ ਆਪ ਦੀ ਰੱਖੀ ਆ। ਜਿਣਸੀ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋਤ ਸੁਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਉਹ ਐਸਾ ਹੈ। ਪ੍ਰੀਤਮ ਜੀ ਕਹਿੰਦੇ ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ। ਹੁਣ ਜਿਹੜਾ ਇਹਨੂੰ ਅਲੱਗ-ਅਲੱਗ ਕਰਨ ਸਿੱਖ ਗਿਆ ਉਹ ਪੰਡਿਤ ਹੈ। ਪੰਡਿਤ ਦਾ ਮਤਲਬ ਗਿਆਨਵਾਨ। ਪੰਡਿਤ ਜਾਤ ਨਹੀਂ ਹੈ, ਸੁਨਿਆਰਾ ਵੀ ਜਾਤ ਨਹੀਂ ਹੈ। ਸੋਨਾ ਘੜਨ ਵਾਲਾ ਸੁਨਿਆਰਾ। ਹੁਣ ਕੋ ਬਹੁਤ ਸਾਰੇ ਬਾਣੀਏ ਸੁਨਿਆਰ ਬਣੇ ਬੈਠੇ ਆ। ਹੁਣ ਬਾਣੀਏ ਜਿਹੜੇ ਸੋਨੇ ਚਾਂਦੀ ਦਾ ਕੰਮ ਕਰਨ ਲੱਗ ਪਏ ਤਾਂ ਹੁਣ ਉਹਨਾਂ ਆਪਾਂ ਸੁਨਿਆਰ ਹੀ ਸਮਝਦੇ ਆ ਨਾ, ਪਰ ਹੈ ਤਾਂ ਉਹ ਬਾਣੀਏ ਨਹੀਂ। ਇਸ ਕਰਕੇ ਜਾਤਾਂ ਪਾਤਾਂ ਹੈ ਹੀ ਨਹੀਂ, ਜਾਤ ਕੋਈ ਹੈ ਹੀ ਨਹੀਂ। ਇਹ ਕੰਮਾਂ ਦੇ ਨਾਂ ਸੀ। ਪੰਡਿਤ ਗਿਆਨੀ ਵਿਦਵਾਨ ਇਹ ਗਿਆਨ ਰੱਖਣ ਵਾਲੇ ਦਾ ਨਾਂ ਹੈ। ਕਹੋ ਸਤਨਾਮ ਸ੍ਰੀ। ਹੁਣ ਸੁਨਿਆਰਾ ਉਹ ਹੈ ਜਿਹੜਾ ਸਿਉਣੇ ਨੂੰ ਖੋਟ ਵਿੱਚੋਂ ਬਾਹਰ ਕੱਢ ਲਵੇ। ਕਹੋ ਸਤਨਾਮ ਸ੍ਰੀ। ਉਹ ਸੁਨਿਆਰਾ ਪੱਕਾ ਹੈ, ਕਿਉਂਕਿ ਸਿਉਣੇ ਵਿੱਚ ਖੋਟ ਪੈ ਗਏ ਤੇ ਖੋਟ ਪੈਣ ਤੋਂ ਬਾਅਦ ਸੋਨੇ ਵਿੱਚ ਮਿਕਸ ਹੋ ਗਿਆ ਤਾਂਬਾ, ਚਾਂਦੀ, ਪਿੱਤਲ ਆਦਿ। ਅੱਗੇ ਉਹ ਸੋਨਾ ਜਿਹੜਾ ਹੈ ਮਿਕਸ ਹੋ ਗਿਆ ਰੇਤੇ ਦੇ ਵਿੱਚ। ਫਿਰ ਸੁਨਿਆਰਾ ਤਾਂ ਉਹ ਮੰਨਿਆ ਜਾਵੇਗਾ ਜਿਹੜਾ ਰੇਤੇ ਵਿੱਚੋਂ ਸਿਉਣਾ ਕੱਢ ਲੇ, ਫਿਰ ਸਿਉਣੇ ਵਿੱਚੋਂ ਖੋਟ ਕੱਢ ਕੇ ਸਿਉਣੇ ਨੂੰ ਸ਼ੁੱਧ ਕਰ ਲਵੇ। ਮੈਂ ਤਾਂ ਉਹਨੂੰ ਸੁਨਿਆਰਾ ਸਮਝਾਂਗਾ। ਕਹੋ ਸਤਨਾਮ ਸ੍ਰੀ। ਗੁਰੂ ਸਾਹਿਬ ਕਹਿੰਦੇ ਮੈਂ ਤਾਂ ਉਹਨੂੰ ਪੰਡਿਤ ਸਮਝਾਂਗਾ ਜਿਹੜਾ ਇਹਨਾਂ ਪੰਜਾਂ ਤੱਤਾਂ ਦੇ ਸਰੀਰ 'ਚੋਂ ਪਰਮਾਤਮਾ ਤੱਤ ਨੂੰ ਜਾਣ ਲਵੇ। ਕਹੋ ਸਤਨਾਮ ਸ੍ਰੀ। ਜਿਹੜਾ ਇਹਨਾਂ ਪੰਜਾਂ ਤੱਤਾਂ ਦੇ ਪੂਤਲੇ 'ਚ ਬੈਠੇ ਬ੍ਰਹਮ ਨੂੰ ਪਛਾਣ ਗਿਆ ਨਾ, ਉਹ ਪੰਡਿਤ ਹੈ। ਕੋਈ ਜਾਤ ਨਹੀਂ ਹੈ ਪੰਡਿਤ। ਵਿਦਵਾਨ, ਗਿਆਨੀ ਇਹ ਸਭ ਇੱਕੋ ਹੀ ਨਾਮ ਹਨ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਤਤ ਪਛਾਣੈ ਸੋ ਪੰਡਿਤ ਹੋਈ। ਜਿਹਨੇ ਇਸ ਬ੍ਰਹਮ ਗਿਆਨ ਨੂੰ ਸਮਝ ਲਿਆ, ਜਿਹਨੇ ਇਸ ਗੱਲ ਨੂੰ ਸਮਝ ਲਿਆ ਕਿ ਇਹਦੇ ਵਿੱਚ ਰੱਬ ਕੀ ਹੈ ਤੇ ਸਰੀਰ ਕੀ ਹੈ, ਉਹ ਅਸਲੀ ਪੰਡਿਤ ਹੈ। ਪੰਡਤੋ ਵਿਦਵਾਨੋ, ਪੰਡਿਤ ਕੋਈ ਵੇਦਾਂ ਨੂੰ ਯਾਦ ਕਰਕੇ ਪੰਡਿਤ ਨਹੀਂ ਬਣ ਜਾਂਦਾ। ਤੁਹਾਨੂੰ ਤਾਂ ਵੇਦਾਂ ਨੂੰ ਯਾਦ ਕਰਕੇ ਹੰਕਾਰ ਹੋ ਗਿਆ ਵੀ ਸਾਡੇ ਵਰਗਾ ਗਿਆਨੀ ਕੋਈ ਨਹੀਂ, ਪੰਡਿਤ ਕੋਈ ਨਹੀਂ। ਤੇ ਇਹ ਹੰਕਾਰ ਜਿਹੜਾ ਹੈ, ਹੰਕਾਰਿਆ ਸੋ ਮਾਰਿਆ। ਉਹ ਕੱਛੂ ਤੇ ਖਰਗੋਸ਼ ਦੀ ਕਹਾਣੀ ਤੁਸੀਂ ਜਾਣਦੇ ਹੋ ਨਾ। ਦੋਨਾਂ ਦੀ ਸ਼ਰਤ ਲੱਗ ਗਈ, ਕਿਹੜਾ ਪਹਿਲਾਂ ਇਹ ਛੱਪੜ ਤੋਂ ਉਹ ਛੱਪੜ ਤੇ ਪਹੁੰਚੇਗਾ। ਕੱਛੂ ਵਿਚਾਰਾ ਹੌਲੀ ਚੱਲਦਾ ਸੀ, ਖਰਗੋਸ਼ ਨੂੰ ਹੰਕਾਰ ਹੋ ਗਿਆ, ਮੈਂ ਤਾਂ 4 ਛਾਲਾਂ ਮਾਰੀਆਂ ਛੱਪੜ ਤੇ ਪਹੁੰਚ ਜਾਊਂਗਾ। ਦੋਨੇ ਤੁਰ ਪਏ, ਉਹਨੇ ਛਾਲਾਂ ਮਾਰੀਆਂ, ਗਾਂ ਇੱਕ ਦਰਖਤ ਆ ਗਿਆ, ਉਹਦੀ ਛਾਵੇਂ ਸੌਂ ਗਿਆ। ਚੱਲ ਘੰਟਾ ਆਰਾਮ ਕਰਦੇ ਆ, ਆਪਾਂ 2 ਛਾਲਾਂ 'ਚ ਪਹੁੰਚ ਜਾਵਾਂਗੇ। ਕੱਛੂ ਚੱਲਦਾ ਰਿਹਾ ਹੌਲੀ ਹੌਲੀ। ਖਰਗੋਸ਼ ਨੂੰ ਨੀਂਦ ਆ ਗਈ, ਕੱਛੂ ਪਹਿਲਾਂ ਪਹੁੰਚ ਗਿਆ। ਜਦੋਂ ਜਾਗਿਆ, ਉੱਠਿਆ, ਭੱਜਿਆ, ਛਾਲਾਂ ਮਾਰੀਆਂ, ਖਰਗੋਸ਼ ਪਿੱਛੇ ਰਹਿ ਗਿਆ ਤੇ ਕੱਛੂ ਪਹਿਲਾਂ ਉੱਥੇ ਫਿਰਦਾ। ਕਹੋ ਸਤਨਾਮ। ਹੰਕਾਰਿਆ ਸੋ ਮਾਰਿਆ। ਇਸ ਕਹਾਣੀ ਦਾ ਇਹ ਨਿਕਲਿਆ ਨਿਚੋੜ ਬਈ ਜਿਹਨੂੰ ਹੰਕਾਰ ਹੋ ਗਿਆ ਨਾ ਆਪਣੀ ਕਿਰਤ ਦਾ, ਉਹ ਬੰਦਾ ਡਿਸਟਰਬ ਹੋ ਕੇ ਉਹ ਫੇਲ ਹੋ ਜਾਂਦਾ। ਹੰਕਾਰ ਨਹੀਂ ਕਰਨਾ ਚਾਹੀਦਾ। ਮਨਮੁਖ ਪੜ੍ਹੇ ਪੰਡਿਤ ਕਹਾਵੇ, ਦੂਜੈ ਭਾਏ ਮਹਾਂ ਦੁਖ ਪਾਵੇ, ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਜੂਨੀ ਆਵਣਿਆ। ਜਿਹੜਾ ਹੰਕਾਰੀ ਹੁੰਦਾ ਉਹ ਟੇਢੀਆਂ ਜੂਨਾਂ 'ਚ ਪੈ ਜਾਂਦਾ, ਜੰਮਦਾ ਵਰਦਾ ਰਹਿੰਦਾ। ਅੱਗੇ ਪ੍ਰੀਤਮ ਜੀ ਕਹਿੰਦੇ ਸਿੱਖੋ, ਜਿਹਨੇ ਤੱਤ ਦੀ ਪਛਾਣ ਕਰ ਲਈ, ਆਪ ਤਰੈ ਸਗਲੇ ਕੁਲ ਤਾਰੈ, ਉਹ ਆਪ ਵੀ ਤਰਨ ਜੋਗਾ ਹੋ ਗਿਆ ਤੇ ਆਪਣੀਆਂ 21 ਕੁੱਲਾਂ ਦਾ ਵੀ ਉਧਾਰ ਕਰ ਲੈਂਦਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਖੁਜਲੇ ਹੋਰ ਕੀਤੀ ਛੁੱਟੀ ਨਾਲ। ਕਿਤਨੇ ਹੀ ਉਹਨਾਂ ਦੇ ਨਾਲ ਤਰ ਜਾਣਗੇ। ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਕੌਣ? ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਸ਼ਬਦ ਨੂੰ ਹਿਰਦੇ ਵਿੱਚ ਰੱਖ ਲਿਆ, ਹਿਰਦੇ ਵਿੱਚ ਵਸਾ ਲਿਆ। ਉਹ ਆਪ ਤਰ ਜਾਂਦੇ ਆ, ਹੋਰਾਂ ਨੂੰ ਵੀ ਤਾਰ ਲੈਂਦੇ ਆ।
ਹਉ ਵਾਰੀ ਜੀਓ ਵਾਰੀ ਹਰ ਰਸ ਚਖ ਸਾਧ ਪਾਵਨਿਆ। ਫਿਰ ਉਸ ਨਾਮ ਦੇ ਵਿੱਚੋਂ ਸਵਾਦ ਆਉਂਦਾ ਹੈ। ਵਾਹ ਗੁਰੂ 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 ਵਾਹ ਗੁਰੂ। ਵਾਹ ਗੁਰੂ 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 ਵਾਹ ਗੁਰੂ। ਹੁਣ ਇੱਕ ਸ਼ਬਦ ਨੂੰ ਜਪਣ ਦਾ ਕਿੰਨਾ ਰਸ ਬਣਦਾ ਹੈ। ਕਥਾ ਜਿਹੜੀ ਆਪਾਂ ਕਰ ਰਹੇ ਹਾਂ ਇਹ ਉਹ ਸ਼ਬਦ ਦੇ ਗਿਆਨ ਵਾਸਤੇ ਹੈ। ਕਹੋ ਸਤਨਾਮ ਸ੍ਰੀ। ਖੰਡ ਪਾਠ ਚੱਲਦਾ 3 ਦਿਨ ਲਗਾਤਾਰ, ਸਹਿਜ ਪਾਠ ਚੱਲਦਾ ਲਗਾਤਾਰ। ਸਾਰਾ ਪਾਠ ਯਾਦ ਨਹੀਂ ਹੋਣਾ, ਪਰ ਕੇਵਲ ਤੇ ਕੇਵਲ ਇੱਕ ਮੰਤਰ ਨੂੰ ਯਾਦ ਕੀਤਾ ਜਾ ਸਕਦਾ ਸੌਖਾ। ਇੱਕ ਸ਼ਬਦ ਨੂੰ ਸੌਖਾ ਯਾਦ ਕੀਤਾ ਜਾ ਸਕਦਾ ਹੈ। ਜਦ ਆਪਾਂ ਇੱਕ ਸ਼ਬਦ ਨੂੰ ਯਾਦ ਕਰਾਂਗੇ ਤੇ ਬੜਾ ਸੌਖਾ ਕੰਮ ਹੈ। ਇਹ 'ਚੋਂ ਰਸ ਵੀ ਬਣਦਾ। ਕੁਛ ਹੋਰ ਕਰਨਾ ਨਹੀਂ, ਬਸ ਵਾਹਿਗੁਰੂ ਜਪਣਾ ਤੇ ਕੰਨਾਂ ਨਾਲ ਸੁਣਨਾ, ਧਿਆਨ ਇਕੱਤਰ ਹੋ ਜਾਣਾ, ਰਸ ਬਣਨਾ ਸ਼ੁਰੂ ਹੋ ਜਾਣਾ ਅੰਦਰ। ਇਸ ਰਸ ਨੂੰ ਮਿਲਦਿਆਂ ਮਿਲਦਿਆਂ ਇੱਕ ਦਿਨ ਅਮਰ ਦੀ ਕਣੀ ਮਿਲ ਜਾਣੀ ਹੈ, ਅੰਦਰੋਂ ਬੂੰਦ ਮਿਲ ਜਾਣੀ ਹੈ। ਜਿੱਦੇ ਉਹ ਕਿਣਕਾ ਮਿਲ ਗਿਆ ਨਾ ਤਾਂ ਕਿ ਮਹਿਮਾ ਗਣੀ ਨਾ ਆਵੇ, ਫਿਰ ਉਸ ਨੂੰ ਇਸ ਕਿਣਕੇ ਨੇ ਗਿਆਨ ਦੇ ਦੇਣਾ। ਇਤਨਾ ਬ੍ਰਹਮ ਗਿਆਨ ਅੰਦਰ ਹੀ ਪੈਦਾ ਹੋ ਜਾਣਾ। ਕਹੋ ਸਤਨਾਮ ਸ੍ਰੀ। ਉਹ ਅੰਦਰੀ ਕਿਣਕਾ ਇੱਕ ਜੇ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ। ਕਾਂਖੀ ਏਕੈ ਦਰਸ ਤਿਹਾਰੋ ਨਾਨਕ ਗੁਣ ਸੰਗ ਮੋਹਿ ਉਧਾਰੋ। ਉਹ ਕਿਣਕਾ ਅੰਦਰੋਂ ਹੀ ਮਿਲਣਾ ਨਾਮ ਜਪਦਿਆਂ ਜਪਦਿਆਂ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਕੇਵਲ ਇੱਕ ਸ਼ਬਦ ਨਾਲ ਜੋੜਿਆ ਤੇ ਬ੍ਰਾਹਮਣਾਂ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਵੀ ਸਾਡੇ ਤਾਂ ਸਾਰੇ ਵੇਦ ਮੂੰਹ ਜਵਾਨੀ ਯਾਦ ਆ। ਪਾਤਸ਼ਾਹ ਕਹਿੰਦੇ ਇੱਦਾਂ ਮੁਕਤੀ ਨਹੀਂ ਹੋਣੀ। ਕਹੋ ਸਤਨਾਮ ਸ੍ਰੀ। ਇੱਕ ਨਾਲ ਹੀ ਜੁੜਨਾ ਪਊਗਾ, ਇੱਕੋ ਹੀ ਬਹੁਤ ਹੈ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਉਧਾਰ। ਉਹਨਾਂ ਦਾ ਉਧਾਰ ਹੋਵੇਗਾ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਇੱਦਾਂ ਵੀ ਬਚਨ ਕੀਤੇ ਆ। ਕਹੋ ਸਤਨਾਮ ਸ੍ਰੀ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ। ਜੁੜਨਾ ਤਾਂ ਇੱਕ ਮੰਤਰ ਨਾਲ ਹੈ, ਵਾਹਿਗੁਰੂ ਮੰਤਰ ਨਾਲ ਹੈ। ਬਾਕੀ ਸਾਰਾ ਕੁਝ ਉਹਦੇ ਬਾਰੇ ਸਮਝਾਇਆ ਗਿਆ ਹੈ। ਮੂਲ ਮੰਤਰ ਜਿਹੜਾ ਹੈ ਇਹ ਪਰਮੇਸ਼ਰ ਵਾਹਿਗੁਰੂ ਦੇ ਲੱਛਣ ਹਨ। ਉਹ ਇੱਕ ਹੈ ਓਂਕਾਰ। ਇਹ ਸ੍ਰਿਸ਼ਟੀ ਉਸੇ ਦਾ ਰੂਪ ਹੈ, ਉਹਦਾ ਹੁਕਮ ਇਹਦੇ ਵਿੱਚ ਚੱਲਦਾ ਹੈ। ਸਤ ਉਹ ਸਤ ਹੈ। ਨਾਮ ਉਹਦਾ ਨਾਮ ਵੀ ਸਤ ਹੈ। ਕਰਤਾ ਉਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਪੁਰਖ ਕੇਵਲ ਉਹੀ ਪੁਰਖ ਹੈ। ਬਾਕੀ ਸਾਬੇ ਆਤਮਾ ਆਪਾਂ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਹੁਣ ਠੀਕ ਹੈ ਜੋੜੇ ਬਣਾਏ ਆ ਮਨੁੱਖ ਇਸਤਰੀ ਦੇ ਦੁਨੀਆ ਭਰੀ ਰੱਖਣ ਵਾਸਤੇ। ਵੈਸੇ ਆਪਾਂ ਰੂਹਾਂ ਹਾਂ, ਆਤਮਾ ਹਾਂ। ਕਹੋ ਸਤਨਾਮ ਸੀ। ਉਹ ਪੁਰਖ ਹੈ, ਇਹ ਸਾਰੀਆਂ ਇਸਤਰੀਆਂ ਹਨ। ਸ੍ਰਿਸ਼ਟੀ ਜਿਹੜੀ ਹੈ ਨਿਰਭਉ ਉਹ ਡਰਦਾ ਨਹੀਂ, ਨਿਰਵੈਰ ਉਹ ਡਰਾਉਂਦਾ ਵੀ ਨਹੀਂ। ਅਕਾਲ ਆਪਾਂ ਸਾਰੇ ਕਾਲ ਦੇ ਚੱਕਰ 'ਚ ਹਾਂ। ਕੋਈ ਡੇਟ ਆਫ ਬਰਥ ਸੀਗੀ, ਕੋਈ ਮਰਨ ਦਾ ਦਿਨ ਵੀ ਲਿਖਿਆ ਜਾਊਗਾ। ਕਹੋ ਸਤਨਾਮ। ਆਪਾਂ ਕਾਲ ਦੇ ਚੱਕਰ 'ਚ ਹੈ। ਸਾਡੇ ਸਰੀਰ ਸਾਡੇ ਇਹ ਕਾਲ ਦੇ ਚੱਕਰ 'ਚ ਹੈ। ਪਰ ਉਹ ਅਕਾਲ ਹੈ। ਉਹ ਜਿਹੜਾ ਮੂਰਤ, ਉਹ ਜਿਹੜਾ ਸਰੂਪ ਹੈ ਉਹ ਅਕਾਲ ਮੂਰਤ ਹੈ। ਮੂਰਤ ਦਾ ਦੂਸਰਾ ਅਰਥ ਹੈ ਮੂਰਤ। ਉਹ ਆਪਣੇ ਆਪੇ ਨਾਲ ਜੁੜਿਆ ਹੈ, ਉਹ ਕਿਸੇ ਦੂਜੇ ਨੂੰ ਨਹੀਂ ਜਪਦਾ। ਕਹੋ ਸਤਨਾਮ ਸ੍ਰੀ। ਉਹ ਤੋਂ ਵੱਡਾ ਕੋਈ ਹੈ ਹੀ ਨਹੀਂ। ਫਿਰ ਵੱਡੇ ਨੂੰ ਸਿਮਰਿਆ ਜਾਂਦਾ ਹੈ ਨਾ। ਆਪਾਂ ਵੱਡੇ ਨੂੰ ਸਿਮਰਾਂਗੇ, ਗੁਰੂ ਨੂੰ ਸਿਮਰਾਂਗੇ, ਪਰਮੇਸ਼ਰ ਨੂੰ ਸਿਮਰਾਂਗੇ। ਲੇਕਿਨ ਪਰਮੇਸ਼ਰ ਮੂਰਤ ਉਹ ਆਪਣੇ ਆਪੇ ਨਾਲ ਜੁੜਿਆ ਹੋਇਆ, ਨਿਜ ਸਰੂਪ ਨਾਲ ਜੁੜਿਆ ਹੋਇਆ। ਅਜੂਨੀ ਸਾਡੇ ਸਰੀਰ ਜੰਮਦੇ ਹੈ ਮਾਂ ਦੇ ਰਾਹੀਂ, ਪੇਟੋਂ, ਮਾਂ ਦੇ ਪੇਟੋਂ। ਪਰ ਉਹ ਜੰਮਦਾ ਨਹੀਂ, ਉਹ ਸਿੱਧਾ ਆ ਕੇ ਰਵਿਦਾਸ ਵਿੱਚ ਪ੍ਰਵੇਸ਼ ਕਰ ਗਿਆ। ਉਹ ਸਿੱਧਾ ਆ ਕੇ ਕਬੀਰ ਸਾਹਿਬ 'ਚੋਂ ਬੋਲ ਪਿਆ, ਉਹ ਬਾਬੇ ਨਾਨਕ 'ਚੋਂ ਬੋਲ ਪਿਆ। ਮਤਲਬ
ਉਹ ਮਾਂ ਦੇ ਪੇਟੋਂ ਜਨਮ ਨਹੀਂ ਲੈਂਦਾ, ਉਹ ਜਿਹੜਾ ਵਧੀਆ ਭਾਂਡਾ ਵੇਖਦਾ ਉਹਦੇ ਵਿੱਚੋਂ ਬੋਲ ਪੈਂਦਾ। ਕੋ ਸਤਨਾਮ ਸ੍ਰੀ। ਇਸ ਤਰ੍ਹਾਂ ਅਜੂਨੀ ਹੈ। ਹੁਣ ਤੁਸੀਂ ਕਹੋਗੇ ਜੰਮਦਾ ਨਹੀਂ, ਤੇ ਫਿਰ ਉਹ ਕਿਵੇਂ ਹੋਇਆ? ਆ ਸ਼ਬਦ ਕਿਹੜਾ ਜੰਮਦਾ? ਇਹ ਇੱਕ ਤੋਂ ਦੂਜੇ ਵਿੱਚ ਪ੍ਰਵੇਸ਼ ਹੀ ਤਾਂ ਕਰਦਾ ਨਾ। ਮਾਸਟਰਾਂ ਤੋਂ ਬੱਚਿਆਂ ਵਿੱਚ ਪ੍ਰਵੇਸ਼ ਕਰ ਗਿਆ ਪੜ੍ਹਾਈ, ਗੁਰੂ ਕੋਲੋਂ ਇਹ ਬਾਣੀ ਸਾਡੇ ਵਿੱਚ ਪ੍ਰਵੇਸ਼ ਕਰ ਰਹੀ ਹੈ। ਤਾਂ ਤੇ ਇਹ ਮਾਂ ਦੇ ਪੇਟੋਂ ਨਹੀਂ ਜੰਮੀ, ਸ਼ਬਦ ਮਾਂ ਦੇ ਪੇਟੋਂ ਨਹੀਂ ਜੰਮਿਆ, ਇਹ ਪ੍ਰਵੇਸ਼ ਕਰਦਾ ਹੈ। ਕਹੋ ਸਤਨਾਮ। ਤਾਂ ਤੇ ਇਸ ਨੂੰ ਅਜੂਨੀ ਕਿਹਾ। ਤੇ ਆਪਾਂ ਵੀ ਅਜੂਨੀ ਹੋਣਾ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਇ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ, ਏਕ ਨਾਮ ਧਿਆਵੇ ਜਿਵੇਂ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵੇ। ਜਿਵੇਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦਾ ਰੂਪ ਹੋ ਗਏ, ਉਹਨਾਂ ਦੀ ਕਿਰਪਾ ਨਾਲ ਆਪਾਂ ਵੀ ਇਹ ਸਰੀਰਾਂ ਚੋਂ ਨਿਕਲਣਾ। ਹੁਣ ਤਾਂ ਜੰਮ ਪਏ ਨਾ, ਮਨੁੱਖ ਬਣ ਕੇ ਆ ਗਏ, ਪਰ ਇਦੋਂ ਗਾਂਹ ਨਹੀਂ ਜੰਮਣਾ, ਟੇਢੀਆਂ ਜੂਨਾਂ ਵਿੱਚ ਨਹੀਂ ਜਾਣਾ। ਇਸੇ ਦਾ ਇੰਤਜ਼ਾਮ ਇਹ ਧਰਮ ਦੇ ਕੰਮ ਹਨ। ਕਹੋ ਸਤਨਾਮ ਸ੍ਰੀ। ਇਸੇ ਦਾ ਇੰਤਜ਼ਾਮ ਹੈ ਕਿ ਹੁਣ ਤਾਂ ਅਸੀਂ ਟੇਢੀਆਂ ਜੂਨਾਂ ਚੋਂ ਨਿਕਲ ਕੇ ਬੰਦੇ ਬਣ ਗਏ, ਪਰ ਬੰਦੇ ਬਣਨ ਤੋਂ ਬਾਅਦ ਇਹ ਆਖਰੀ ਡੰਡਾ ਹੈ। ਹੁਣ ਘਰੇ ਜਾਣਾ ਹੈ, ਥੱਲੇ ਨਹੀਂ ਭਟਕਣਾ। ਜਿਵੇਂ 84 ਲੱਖ ਜੂਨਾਂ ਦੇ ਡੰਡਿਆਂ ਦੀ ਇਹ ਪੌੜੀ ਹੈ। ਹੁਣ ਸਿਰੇ ਤੇ ਪਹੁੰਚੇ ਹਾਂ, ਤੇ ਬਾਬਾ ਜੀ ਕਹਿੰਦੇ ਪੌੜੀ ਛੁੜਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਜੇ ਤੂੰ ਆਖਰੀ ਡੰਡਾ ਨਾ ਧਿਆਨ ਰੱਖਿਆ, ਤੇ ਫਿਰ ਜੇ ਉਤਲੇ ਡੰਡੇ ਤੋਂ ਡਿੱਗੇ ਤੇ ਫਿਰ ਕਿੱਥੇ ਡਿੱਗੂ ਭਲਾ? ਜਿੱਥੋਂ ਚੱਲਿਆ ਸੀ। ਕਹੋ ਸਤਨਾਮ ਸ੍ਰੀ। ਹੇਠਲੇ ਡੰਡੇ ਕੋਲੇ ਫਿਰ ਆਊਗਾ, ਫਿਰ ਚੜ੍ਹੋ ਉੱਥੋਂ। ਫਿਰ ਪਤਾ ਨਹੀਂ ਕਿੱਦੇ ਮਨੁੱਖ ਬਣਾਵੇ ਪਰਮੇਸ਼ਰ, ਕਦੋਂ ਇਹ ਸਮਾਂ ਮਿਲੇ। ਤਾਂ ਤੇ ਅੱਜ ਹੀ ਸੰਭਾਲ ਗਏ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅੱਜ ਹੀ ਸੰਭਾਲ ਗਏ। ਫਿਰ ਪੌੜੀ ਛੁੜਕੀ ਹੱਥ ਨ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ। ਦੂਜਾ ਭਾਉ ਦਵੈਤ ਭਾਵ। ਦੂਜਾ ਭਾਉ ਮਤਲਬ ਆਪਣੇ ਆਪ ਨੂੰ ਛੱਡ ਕੇ ਦੂਜੇ ਨਾਲ ਜੁੜਨਾ। ਖੈਰ ਮਨੋਂ ਬਿਰਤੀਆਂ ਉੱਥੇ ਲਿਆਈਏ। ਅਜੂਨੀ ਜਿਹੜਾ ਪਰਮੇਸ਼ਰ ਹੈ ਉਹ ਅਜੂਨੀ ਹੈ। ਉਹ ਮਾਂ ਦੇ ਪੇਟੋਂ ਨਹੀਂ ਜੰਮਦਾ, ਉਦੋਂ ਕੋਈ ਮਾਂ ਪਿਓ ਹੈ ਨਹੀਂ ਗਾ। ਉਹ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ। ਕਹੋ ਸਤਨਾਮ ਸ੍ਰੀ। ਆਪਣੇ ਆਪੇ ਵਿੱਚ ਬੈਠਾ ਸੀਗਾ। ਅਰਬਦ ਨਰਬਦ ਧੁੰਦੂ ਕਾਰਾ, ਧਨ ਨ ਗਗਨਾ ਹੁਕਮਾ ਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏ ਦਾ ਸਮਾਇਆ ਹੋਇਆ ਸੀਗਾ। ਫਿਰ ਕਹਿੰਦੇ ਸੁਨੋ ਕੀਏ 10 ਅਵਤਾਰਾ। ਫਿਰ ਉਹ ਸੁਨ ਵਿੱਚੋਂ ਉਹਨੇ 10 ਅਵਤਾਰ ਲਏ। 10 ਅਵਤਾਰ ਅਸੀਂ ਗੁਰੂ ਸਾਹਿਬਾਨ ਨੂੰ ਮੰਨਦੇ ਹਾਂ, ਪਰ ਉਸ ਤੋਂ ਪਹਿਲਾਂ ਦੀ ਗੱਲ ਹੈ ਇਹ। ਉਹ ਸੁਨ ਦੇ ਵਿੱਚੋਂ ਉਹਨੇ ਇਹ 10 ਗਿਆਨ ਇੰਦਰੇ ਕਰਮ ਇੰਦਰੇ ਤਿਆਰ ਕੀਤੇ। ਮਾਂ ਦੇ ਪੇਟ ਵਿੱਚ ਬੱਚਾ ਹੈ ਨਹੀਂ ਸੀਗਾ ਨਾ, ਇਹ ਕਿੱਥੋਂ ਬਣਿਆ? ਕਹੋ ਸਤਨਾਮ ਸ੍ਰੀ। ਇਹ ਪੈਰ ਹੱਥ ਕਿਹਨੇ ਬਣਾ ਕੇ ਆਂਦੇ ਉੱਥੇ ਜਾ ਕੇ? ਭਾਵ ਉਸ ਸ਼ਬਦ ਰੂਪੀ ਪਰਮੇਸ਼ਰ ਨੇ ਮਾਂ ਦੇ ਪੇਟ ਅੰਦਰ ਪ੍ਰਵੇਸ਼ ਕਰਕੇ ਇਹ 10 5 ਕਰਮ ਇੰਦਰੇ 5 ਗਿਆਨ ਇੰਦਰੇ ਤਿਆਰ ਕੀਤੇ। ਆਪਣੇ ਆਪੇ ਤਿਆਰ ਕੀਤੇ। ਸੁਣੋ ਕੀਏ 10 ਅਵਤਾਰਾ। ਮਾਰੂ ਰਾਗ ਦੇ ਦੋਨੇ ਸ਼ਬਦ ਹਨ, ਬੜੇ ਡੂੰਘੇ ਸ਼ਬਦ ਹੈ। ਇਹਨਾਂ ਦੇ ਵਿੱਚ ਬੜਾ ਗਿਆਨ ਰੱਖਿਆ ਪਾਤਸ਼ਾਹ ਨੇ। ਖੈਰ ਅੱਗੇ ਚੱਲੀਏ। ਅਜੂਨੀ ਸਵੈਭੰ। ਆਪਣੇ ਆਪ ਪ੍ਰਕਾਸ਼ ਹੁੰਦਾ ਹੈ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਸਵੈਭੰ ਆਪੇ ਖਤਮ ਹੁੰਦਾ ਹੈ, ਆਪੇ ਬਣ ਜਾਂਦਾ ਹੈ, ਆਪੇ ਪ੍ਰਗਟ ਹੁੰਦਾ ਹੈ, ਆਪੇ ਗੁਪਤ ਹੁੰਦਾ ਹੈ। ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਉਹਨੂੰ ਕੋਈ ਮਾਰਨ ਵਾਲਾ ਵੀ ਨਹੀਂ। ਕਹੋ ਸਤ। ਜਿਹੜਾ ਬਣਿਆ ਉਹ ਮਰੂਗਾ, ਜਿਹੜਾ ਜੰਮਿਆ ਉਹ ਮਰੂਗਾ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਭੇਜ ਦਿਓ ਉਹਨਾਂ ਨੂੰ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਅਜੂਨੀ ਸਵੈਭੰ। ਐਸੇ ਪਰਮੇਸ਼ਰ ਨੂੰ ਕਿਵੇਂ ਪਾਈਏ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਲੈ ਕੇ। ਕਹੋ ਸਤਨਾਮ ਸ੍ਰੀ। ਗੱਲ ਪੂਰੀ ਹੋ ਗਈ ਨਾ। ਇਹ ਮੂਲ ਮੰਤਰ ਵਿੱਚ ਵੀ ਪਰਮੇਸ਼ਰ ਦੀ ਪੂਰੀ ਵਿਆਖਿਆ ਪਈ ਆ। ਕਹੋ ਸਤਨਾਮ ਸ੍ਰੀ। ਇਸ ਮੂਲ ਮੰਤਰ ਦੀ ਜਾਣਕਾਰੀ ਦੇਣ ਵਾਸਤੇ ਸਤਿਗੁਰਾਂ ਨੇ ਜਪਜੀ ਸਾਹਿਬ ਦੀ ਰਚਨਾ ਕਰਤੀ। ਜਪਜੀ ਸਾਹਿਬ ਦੇ ਵਿੱਚ ਵੀ ਪਰਮੇਸ਼ਰ ਦੀ ਵਿਆਖਿਆ ਕੀਤੀ ਗਈ ਆ। ਜਪਜੀ ਸਾਹਿਬ ਵੀ ਬ੍ਰਹਮ ਗਿਆਨ ਦੀ ਬਾਣੀ ਆ। ਇਹ ਕੋਈ ਐ ਨਾ ਸਮਝੋ ਕਿ 15 ਮਿੰਟਾਂ ਦੀ ਬਾਣੀ ਆ।
जपजी साहब नूं समझाउण वास्ते 1430 अंगां दी बाणी रची गई। कहो सतनाम श्री। ते अखीर ते की कहंदे, सब है पुत्र रागन के 18 10 20। अखीर सारे आपां एक परमेश्वर दे हाँ। कहो सतनाम श्री। वो तो निकले आ उहदे विच ही समाउणा है। खैर समाप्ति वल होईए। हौ वारी जियो वारी, हर रस चख साध तृपतावणिया। मैं बलिहारे जावां उन्हां तो जिन्हां ने हरि दे नाम दे रस नूं पीना कीता और रज गए। तृप्त भई सच भोजन खाया। रज्जे नहीं ना वड्डे वड्डे लोग कोठे भरी बैठे पैसिਆਂ ਦੇ। जनता गरीब मरी जाती आ। मंत्रियों ने पैसे आ कट्ठे, हजे कहने थोड़े आ होर आउण। सहस खट्टे हज़ारां कट्ठे करदा, लख को उठ धावै। कहंदा लखां होने चाहिए है। जिन्हां कोले लखां है वो कहंदे तृप्त ने आवे माया पाछे पावै। करोड़ा होण जिन्हां कोले करोड़ा है, अवानी डानी वर्गियां कोले, वो कहंदे सारा देश ही साडी गिरफत विच हो जे। कहो सतनाम सी। रजे नहीं। लाख सहस कट्टे लाखों उठ धावै, तृप्त में आवे माया पाछे पावे। फिर भजदे आ, ये भी हो जे साडा, ये भी साडा हो जे, ये भी साडा हो जे। इसे गल ते झगड़े सी किसानां दे अंदोलन दे। कहो सतनाम श्री। बाबे ने पहला लिखिया होया। फिर रजिया किवें? बाबे ने पूछिए रजिया किवें? तृप्त भई सच भोजन खाया, संतोख ना रजेगा। कहो सतनाम श्री। लालच नाल नहीं रजदा। तृप्त भई सच भोजन खाया, मनता रसना नाम ते आया, फिर रजेगा। खैर विचारा इत्थे रोकदे आ। हर जियो हाँ वारी जियो वारी, हर रस चख साध पावनिया। हर रस चख है सेजा निर्मल, निर्मल नाम ते आवनिया। जिहड़े नाम दे रस नूं पी लैणगे वो रज जाणगे, वो निर्मल हो जाणगे। नहाउंदे तां आपां रोज़ ही आ ना। तो विआह वेले बच्चे दी नहाई धोई क्यों कराउने हो बई? क्योंकि उन्होंने पति दे विच मिलाउणा, उन्होंने पति नाल मिलाउणा। कहो सतनाम। ते साडी आत्मा नूं निर्मल काहदे वास्ते करना है? इन्हें परमेश्वर विच मिलना ते नाम जप के निर्मल होवेगी। इस करके हर रस चाखै सेजा निर्मल नाम दे रस नूं पींदा पींदा फिर इहदे अंदरों विषय वकार, दुई दवैत, ईरखा, निंदिया, चुगली, साड़ा आदि ये निकलने शुरू हो जाएंगे। फिर आत्मा निरोल हो जाऊगी तो निरोल होके अपने मालक विच मिलूगी। निर्मल निर्मल नाम ध्यावनिया रहाओ, सो नेह कर्मी जो शब्द विचारे। जिहड़ा शब्द नूं विचारेगा वो निकर्मी हो जाएगा। भाव कर्म करके भी ये नहीं कहेगा मैं कीता। कबीर मेरा मुझ में किछ नहीं, जो किछ है सो तेरा, तेरा तुझको सौंपते क्या लाग गया मेरा। सो ने कर्मी जो शब्द विचारे, अंतर तत् ज्ञान हौमै मारे। ओदा हौमै मर जूगा। नाम पदार्थ नौन दपाए, त्रै गुण मेट सबावनिया। वो तिन्ना गुणा तो निकल के चौथे गुण में चलिया जाएगा। कल वाले गुण में चलिया जाएगा। रज तम सत कल तेरी छाया, चौथे गुण परम पद पाया। चौथे गुण में जाके वो परमेश्वर में मिल जाएगा। ये सी दो पदियां की विचार आपने सरवण की। रहते पदियां की विचार फिर सरवण करें, क्योंकि समा जिहड़ा है खड़दा नहीं गा, समा चलता रहिंदा है। विचारां ते विशाल है। आओ अज साहिबजादा बाबा फतेह सिंह जी के प्रकाश दिहाड़े संबंध में आपने श्री अखंड पाठ साहिब आरंभ करने हैं। उस तो पहला रागी जथा तुसीं कीर्तन करोगे? इत्थों कर लो शब्द का टाइम पिया जी। अच्छा चलो आप आनंद साहब जी का जाप करांगे। उस तो बाद अरदास बेनती जो उधरी करांगे। साहिबजादे बाबा फतेह सिंह जी दीयां खुशियां लैण वास्ते आनंद साहब जी का पाठ करिए। उपरंत श्री अखंड पाठ साहिब आरंभ होणगे। उपरंत गुरु पातशाह किरपा करनगे। रहिंदियां विचारां अगले दीवाना भी सरवण करांगे। आओ आनंद साहब जी का जाप करिए। बुलाओ फतेह पाओ फतेह। वाहिगुरु जी का खालसा राम कली महला तीजा।